ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਾਂਗੇ ਲਾਲ ਕਿਲ੍ਹੇ ਦੇ ਇਤਿਹਾਸ ਬਾਰੇ। ਸੋ ਫਰੈਂਡਸ, ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ। ਅੱਗੇ ਅਸੀਂ ਹੋਰ ਬਹੁਤ ਸਾਰੀਆਂ ਵੀਡੀਓ ਸਿੱਖ ਧਰਮ ਦੇ ਰਿਲੇਟਡ ਜਿਹੜੀਆਂ ਵਾ ਉਹ ਅਪਲੋਡ ਕਰਨ ਵਾਲੇ ਹਾਂ, ਸੋ ਚੈਨਲ ਸਬਸਕ੍ਰਾਈਬ ਕਰ ਲਓ। ਲਾਲ ਕਿਲ੍ਹਾ 1897 ਤੱਕ ਤਕਰੀਬਨ 200 ਸਾਲ ਤੱਕ ਮੁਗਲ ਸਾਮਰਾਜ ਦਾ ਨਿਵਾਸ ਸਥਾਨ ਸੀ। ਲਾਲ ਕਿਲ੍ਹੇ ਦਾ ਨਿਰਮਾਣ 1648 ਵਿੱਚ ਪੰਜਵੇਂ ਮੁਗਲ ਸਾਮਰਾਜਿਕ ਸ਼ਾਸਕ ਸ਼ਾਹਜਹਾਂ ਨੇ ਆਪਣੇ ਮਹਿਲ ਦੇ ਰੂਪ ਵਿੱਚ ਕਰਾਇਆ ਸੀ। ਇਹ ਪੂਰੀ ਤਰ੍ਹਾਂ ਲਾਲ ਇੱਟਾਂ ਨਾਲ ਬਣਿਆ ਹੋਣ ਕਰਕੇ ਇਸ ਦਾ ਨਾਮ ਲਾਲ ਕਿਲ੍ਹਾ ਰੱਖਿਆ ਗਿਆ। ਅੱਜ ਅਸੀਂ ਗੱਲ ਕਰਾਂਗੇ ਸਿੱਖ ਕੌਮ ਦੇ ਉਸ ਮਾਣਯੋਗ ਇਤਿਹਾਸ ਦੀ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ। ਚੱਲਾਂਗੇ ਉਸ ਸਮੇਂ ਵਿੱਚ ਜਦੋਂ ਦਿੱਲੀ ਸਲਤਨਤ ਨੂੰ ਆਪਣੇ ਕਦਮਾਂ 'ਤੇ ਝੁਕਾ ਕੇ ਸਿੰਘ ਦਿੱਲੀ ਦੇ ਬਾਦਸ਼ਾਹ ਦੇ ਤਖਤ ਪੁੱਟ ਕੇ ਘਸੀੜਦੇ ਹੋਏ ਅੰਮ੍ਰਿਤਸਰ ਲੈ ਆਏ ਸਨ। ਇਹ ਤਖਤ ਅੱਜ ਵੀ ਹਰਿਮੰਦਰ ਸਾਹਿਬ ਵਿੱਚ ਮੌਜੂਦ ਹੈ। ਸੰਨ 1783 ਵਿੱਚ ਜਦੋਂ ਸਿੱਖਾਂ ਦੀ ਤਾਕਤ ਪੂਰੇ ਜੋਬਨ 'ਤੇ ਸੀ ਅਤੇ ਉਹ ਮਿਸਲਾਂ ਦੇ ਰੂਪ ਵਿੱਚ ਰਾਜ ਵਧਾਉਂਦੇ ਹੋਏ ਕਰਨਾਲ ਤੱਕ ਪਹੁੰਚ ਗਏ ਸਨ, ਉੱਧਰ ਮੁਗਲਿਆ ਸਲਤਨਤ ਦੀ ਹਾਲਤ ਡਾਵਾਡੋਲ ਸੀ। ਔਰੰਗਜ਼ੇਬ ਤੋਂ ਬਾਅਦ ਅਗਲੇ 87 ਕੁ ਸਾਲਾਂ 'ਚ ਸ਼ਾਹ ਆਲਮ ਚੌਥਾ ਬਾਦਸ਼ਾਹ ਸੀ, ਪਰ ਉਸ ਦੇ ਹੱਥ ਵਿੱਚ ਵੀ ਕੋਈ ਬਹੁਤ ਜ਼ਿਆਦਾ ਤਾਕਤ ਨਹੀਂ ਸੀ। ਦਰਬਾਰੀ ਅਤੇ ਸੈਨਾਪਤੀ ਜੋ ਕਹਿੰਦੇ ਸਨ ਬਾਦਸ਼ਾਹ ਉਹ ਹੀ ਕਰਦਾ ਸੀ। ਮਰਹੱਟੇ ਅਤੇ ਅੰਗਰੇਜ਼ ਇਹ ਦੋਵੇਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਦਿੱਲੀ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਕਿਉਂਕਿ ਇਹ ਦੋਵੇਂ ਜਾਣ ਚੁੱਕੇ ਸਨ ਕਿ ਮੁਗਲ ਰਾਜ ਕਮਜ਼ੋਰ ਹੋ ਚੁੱਕਾ ਹੈ ਅਤੇ ਦਿੱਲੀ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ। ਇਸ ਲਈ ਸੰਨ 1783 ਨੂੰ ਮਰਹੱਟਿਆਂ ਨੇ ਦਿੱਲੀ 'ਤੇ ਹਮਲਾ ਕਰਕੇ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਅਤੇ ਜਦੋਂ ਇਸ ਗੱਲ ਦਾ ਪਤਾ ਅੰਗਰੇਜ਼ ਜਨਰਲ ਅਖਤਰ ਲੋਨੀ ਨੂੰ ਲੱਗਿਆ ਤਾਂ ਉਹ ਵੀ ਇੱਕ ਭਾਰੀ ਲਸ਼ਕਰ ਲੈ ਕੇ ਦਿੱਲੀ ਨੂੰ ਤੁਰ ਪਿਆ, ਕਿਉਂਕਿ ਉਹ ਜਾਣਦੇ ਸਨ ਕਿ ਮਰਹੱਟੇ ਕਿੰਨੇ ਕੁ ਪਾਣੀ 'ਚ ਹਨ ਅਤੇ ਉਹਨਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ। ਜਦੋਂ ਮਰਹੱਟਿਆਂ ਨੂੰ ਅੰਗਰੇਜ਼ਾਂ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਲਾਲ ਕਿਲ੍ਹਾ ਛੱਡ ਕੇ ਭੱਜ ਗਏ। ਤਦ ਸ਼ਾਹ ਆਲਮ ਨੇ ਸੋਚਿਆ ਮਰਹੱਟੇ ਤਾਂ ਇੱਥੋਂ ਚਲੇ ਗਏ ਹਨ ਅਤੇ ਅੰਗਰੇਜ਼ਾਂ ਨੇ ਆ ਕੇ ਕਬਜ਼ਾ ਕਰ ਲਿਆ ਤਾਂ ਗੱਲ ਵੀ ਉਹੀ ਹੀ ਰਹੇਗੀ। ਹੁਣ ਮੈਨੂੰ ਬਚਣ ਦਾ ਇੱਕ ਮੌਕਾ ਮਿਲਿਆ ਹੈ, ਮੈਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ। ਤਦ ਵਜ਼ੀਰਾਂ ਨੇ ਕਿਹਾ ਹੁਣ ਬਚਣ ਦਾ ਬਸ ਇੱਕੋ ਹੀ ਤਰੀਕਾ ਹੈ ਕਿ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਜੀ ਨੂੰ ਮਦਦ ਲਈ ਗੁਹਾਰ ਲਗਾਈ ਜਾਵੇ। ਇਸ ਲਈ ਫਿਰ ਬਾਦਸ਼ਾਹ ਸ਼ਾਹ ਆਲਮ ਨੇ ਆਪਣੇ ਦਰਬਾਰ ਦੇ 3 ਮੁੱਖ ਸਲਾਹਕਾਰਾਂ ਨੂੰ ਭੇਜ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਉਹਨਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ। ਲੋੜ ਪੈਣ 'ਤੇ ਹਰ ਕਿਸੇ ਦੀ ਮਦਦ ਕਰਨਾ ਇਹ ਸਿਧਾਂਤ ਤਾਂ ਦਸਮ ਪਿਤਾ ਨੇ ਸਿੱਖਾਂ ਨੂੰ ਗੁਰਤੀ ਵਿੱਚ ਦਿੱਤਾ ਹੋਇਆ ਹੈ। ਇਸ ਲਈ ਸਰਦਾਰ ਬਘੇਲ ਸਿੰਘ ਜੀ ਨੇ ਪਿਛਲੇ ਮੁਗਲ ਸ਼ਾਸਕਾਂ ਦੇ ਕੀਤੇ ਸਾਰੇ ਜ਼ੁਲਮਾਂ ਨੂੰ ਭੁਲਾ ਕੇ ਸ਼ਾਹ ਆਲਮ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਰ ਸਰਦਾਰ ਬਘੇਲ ਸਿੰਘ ਜੀ ਕੌਣ ਸਨ? ਸਾਰੇ ਪੰਜਾਬ 'ਤੇ ਰਾਜ ਕਰਨ ਵਾਲੇ ਦੇਸ਼ ਦੇ ਸੈਂਕੜੇ ਜਰਨੈਲਾਂ ਨੂੰ ਛੱਡ ਕੇ ਸਰਦਾਰ ਬਘੇਲ ਸਿੰਘ ਜੀ ਨੂੰ ਹੀ ਕਿਉਂ ਮਦਦ ਦੀ ਗੁਹਾਰ ਲਗਾਈ? ਆਓ ਪਹਿਲਾਂ ਇਹ ਜਾਣੀਏ। ਸਰਦਾਰ ਬਘੇਲ ਸਿੰਘ ਜੀ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਝਬਾਲ ਪਿੰਡ ਦੇ ਧਾਲੀਵਾਲ ਜੱਟ ਪਰਿਵਾਰ ਵਿੱਚ ਹੋਇਆ ਸੀ। ਛੋਟੀ ਉਮਰ ਤੋਂ ਹੀ ਉਹ ਘਰ-ਬਾਰ ਛੱਡ ਕੇ ਪੰਥ ਦੀ ਸੇਵਾ ਲਈ ਦਲ ਖਾਲਸਾ ਵਿੱਚ ਸ਼ਾਮਿਲ ਹੋ ਗਏ ਸਨ। ਜਦੋਂ ਕਰੋੜ ਸਿੰਘੀ ਮਿਸਲ ਦੇ ਮੁਖੀ ਕਰੋੜਾ ਸਿੰਘ ਜੀ ਇੱਕ ਲੜਾਈ ਵਿੱਚ ਅਕਾਲ ਚਲਾਣਾ ਕਰ ਗਏ ਤਾਂ ਸਰਦਾਰ ਬਘੇਲ ਸਿੰਘ ਜੀ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਕਰੋੜ ਸਿੰਘੀ ਮਿਸਲ ਦੀ ਕਮਾਨ ਸੌਂਪੀ ਗਈ। ਹੌਲੀ ਹੌਲੀ ਸਰਦਾਰ ਬਘੇਲ ਸਿੰਘ ਨੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ 'ਤੇ ਆਪਣੀ ਧਾਕ ਕਾਇਮ ਕਰ ਲਈ। ਜਲੰਧਰ ਤੋਂ ਲੈ ਕੇ ਗੰਗਾ, ਜਮੁਨਾ ਅਤੇ ਕਰਨਾਲ ਤੱਕ ਉਹਨਾਂ ਦੇ ਘੋੜਿਆਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ। ਕਰੋੜ ਸਿੰਘੀ ਮਿਸਲ ਦੇ 12,000 ਘੋੜਸਵਾਰ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੇ ਸਨ। ਕੀ ਮੁਗਲ, ਕੀ ਮਰਹੱਟੇ ਅਤੇ ਕੀ ਅੰਗਰੇਜ਼, ਹਰ ਵੱਡਾ ਜਰਨੈਲ ਉਹਨਾਂ ਦੇ ਨਾਮ ਤੋਂ ਥਰ-ਥਰ ਕੰਬਦਾ ਸੀ। ਸਰਦਾਰ ਬਘੇਲ ਸਿੰਘ ਜੀ ਆਪਣੀ ਕਥਨੀ ਨੂੰ ਪੂਰਾ ਕਰਦੇ ਹੋਏ ਇੱਕ ਵੱਡੀ ਫੌਜ ਅਤੇ ਲਾਮ ਲਸ਼ਕਰ ਲੈ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸਰਦਾਰ ਬਘੇਲ ਸਿੰਘ ਜੀ ਦਾ ਖੌਫ ਇੰਨਾ ਸੀ ਕਿ ਜਦੋਂ ਅੰਗਰੇਜ਼ ਜਨਰਲ ਨੂੰ ਉਹਨਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਦੀ ਅੱਗੇ ਵਧਣ ਦੀ ਹਿੰਮਤ ਹੀ ਨਹੀਂ ਹੋਈ ਅਤੇ ਉਹ ਅੱਧੇ ਰਸਤੇ ਤੋਂ ਹੀ ਵਾਪਸ ਮੁੜ ਗਏ। ਅਤੇ ਜਦੋਂ ਸ਼ਾਹ ਆਲਮ ਨੂੰ ਇਸ ਗੱਲ ਦਾ ਪਤਾ ਲੱਗਿਆ
ਹੁਣ ਮਰਹੱਟੇ ਤੇ ਅੰਗਰੇਜ਼ ਦੋਵਾਂ ਦਾ ਖਤਰਾ ਟਲ ਗਿਆ ਹੈ ਤਾਂ ਉਸ ਦੀ ਨੀਅਤ ਬੇਈਮਾਨ ਹੋ ਗਈ। ਉਸ ਨੇ ਸੋਚਿਆ ਕਿ ਹੁਣ ਸਿੱਖ ਆ ਕੇ ਮੇਰੇ ਰਾਜ 'ਤੇ ਕਬਜ਼ਾ ਨਾ ਕਰ ਲੈਣ। ਇਸ ਲਈ ਉਸ ਨੇ ਦਿੱਲੀ ਵੱਲ ਵੱਧ ਰਹੇ ਸਰਦਾਰ ਬਘੇਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਹੁਣ ਤੁਹਾਡੀ ਲੋੜ ਨਹੀਂ ਹੈ, ਤੁਸੀਂ ਇੱਥੋਂ ਹੀ ਵਾਪਸ ਮੁੜ ਜਾਓ। ਸਰਦਾਰ ਬਘੇਲ ਸਿੰਘ ਜੀ ਨੂੰ ਇਹ ਗੱਲ ਬਹੁਤ ਹੀ ਗਲਤ ਲੱਗੀ ਕਿ ਤੁਹਾਡੇ ਸੁਨੇਹੇ 'ਤੇ ਹੀ ਤਾਂ ਅਸੀਂ ਆਪਣੀ ਸਾਰੀ ਐਡੀ ਵੱਡੀ ਫੌਜ ਲੈ ਕੇ ਤੁਹਾਡੀ ਮਦਦ ਕਰਨ ਲਈ ਦਿੱਲੀ ਆ ਰਹੇ ਹਾਂ ਅਤੇ ਹੁਣ ਕੰਮ ਨਿਕਲਦੇ ਹੀ ਐਵੇਂ ਐਡੀ ਛੇਤੀ ਤੁਸੀਂ ਆਪਣਾ ਰੰਗ ਬਦਲ ਲਿਆ। ਮੇਰੀ ਇੰਨੀ ਵੱਡੀ ਫੌਜ ਦਾ ਇਹਨਾਂ ਦਿਨਾਂ ਦਾ ਖਰਚ ਕੌਣ ਦੇਵੇਗਾ? ਤੁਸੀਂ ਸਾਡੀ ਫੌਜ ਦਾ ਖਰਚ ਦੇ ਦਿਓ, ਅਸੀਂ ਵਾਪਸ ਮੁੜ ਜਾਵਾਂਗੇ, ਸਰਦਾਰ ਬਘੇਲ ਸਿੰਘ ਜੀ ਨੇ ਕਿਹਾ। ਪਰ ਸ਼ਾਹ ਆਲਮ ਨੇ ਇਸ ਗੱਲ ਨੂੰ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ। ਸਿੱਖ ਫੌਜ ਦਿੱਲੀ ਵੱਲ ਵਧਦੀ ਰਹੀ। ਦਿੱਲੀ ਦੇ ਬਾਹਰ ਪਹੁੰਚ ਕੇ ਸਰਦਾਰ ਬਘੇਲ ਸਿੰਘ ਨੇ ਇੱਕ ਵਾਰ ਫਿਰ ਸੁਨੇਹਾ ਭੇਜਿਆ ਕਿ ਇਸ ਤਰ੍ਹਾਂ ਜਾਨਾਂ ਗਵਾਉਣ ਦਾ ਕੋਈ ਫਾਇਦਾ ਨਹੀਂ। ਤੂੰ ਹਜੇ ਵੀ ਸਾਨੂੰ ਸਾਡਾ ਖਰਚ ਦੇ ਦੇ, ਅਸੀਂ ਵਾਪਸ ਮੁੜ ਜਾਵਾਂਗੇ, ਨਹੀਂ ਤਾਂ ਸਾਨੂੰ ਮਜਬੂਰਨ ਹਮਲਾ ਕਰਨਾ ਹੀ ਪਵੇਗਾ। ਉਹਨਾਂ ਸਮਿਆਂ ਵਿੱਚ ਹਰ ਸ਼ਹਿਰ ਦੇ ਬਾਹਰ ਵੱਡੀਆਂ ਵੱਡੀਆਂ ਕੰਧਾਂ ਹੁੰਦੀਆਂ ਸਨ। ਮੂਰਖ ਸ਼ਾਹ ਆਲਮ ਨੇ ਖਰਚਾ ਦੇਣ ਦੀ ਥਾਂ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਸ਼ਹਿਰ ਦੀਆਂ ਕੰਧਾਂ 'ਤੇ ਸਿਪਾਹੀ ਤਾਇਨਾਤ ਕਰ ਦਿੱਤੇ ਤਾਂ ਜੋ ਸਿੱਖ ਦਿੱਲੀ ਦੇ ਅੰਦਰ ਐਂਟਰ ਨਾ ਹੋ ਸਕਣ। ਕਰਨਾਲ ਤੋਂ ਚੱਲਣ ਸਮੇਂ ਸਰਦਾਰ ਬਘੇਲ ਸਿੰਘ ਜੀ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਵੀ ਦਿੱਲੀ ਪਹੁੰਚਣ ਲਈ ਸੁਨੇਹੇ ਭੇਜੇ ਸਨ ਅਤੇ ਹੁਣ ਉਹ ਦੋਵੇਂ ਵੀ ਆਪਣੀਆਂ ਫੌਜਾਂ ਲੈ ਕੇ ਸਰਦਾਰ ਬਘੇਲ ਸਿੰਘ ਨਾਲ ਰਲ ਗਏ ਸਨ। ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਜੇ ਸ਼ਾਹ ਆਲਮ ਨੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਤਾਂ ਕੋਈ ਗੱਲ ਨਹੀਂ, ਸਿੱਖ ਆਪਣਾ ਰਾਹ ਆਪ ਬਣਾਉਣਾ ਵੀ ਜਾਣਦੇ ਹਨ। ਇੱਕ ਵੱਡਾ ਦਰੱਖਤ ਕੱਟਿਆ ਗਿਆ, ਉਸ ਦਾ ਤਣਾ ਅੱਗੋਂ ਪੈਨਸਲ ਵਾਂਗ ਤਿੱਖਾ ਕਰਕੇ ਕੰਧ 'ਤੇ ਚੋਟ ਕਰਨੀ ਸ਼ੁਰੂ ਕੀਤੀ। ਕੁਝ ਘੰਟਿਆਂ ਦੀ ਹੀ ਮਿਹਨਤ ਰੰਗ ਲਿਆਈ ਅਤੇ ਸ਼ਹਿਰ ਦੀ ਕੰਧ ਵਿੱਚ ਇੱਕ ਮੋਰੀ ਕੱਢ ਦਿੱਤੀ ਗਈ, ਜਿਸ ਵਿੱਚ ਐਂਟਰ ਹੋ ਕੇ ਸਾਰੀ 30,000 ਦੀ ਫੌਜ ਅੰਦਰ ਇੱਕ ਮੈਦਾਨ ਵਿੱਚ ਇਕੱਠੀ ਹੋ ਗਈ ਅਤੇ ਇਸ ਮੈਦਾਨ ਨੂੰ ਬਾਅਦ ਵਿੱਚ 30 ਹਜ਼ਾਰੀ ਦਾ ਨਾਮ ਵੀ ਦਿੱਤਾ ਗਿਆ, ਜਿੱਥੇ ਅੱਜ 30 ਹਜ਼ਾਰੀ ਕੋਟ ਬਣਿਆ ਹੋਇਆ ਹੈ। ਜਿਹੜੀ ਮੋਰੀ ਰਾਹੀਂ ਸਿੰਘ ਐਂਟਰ ਹੋਏ ਸਨ, ਬਾਅਦ ਵਿੱਚ ਸਿੰਘਾਂ ਨੇ ਉਹ ਮੋਰੀ ਬੰਦ ਨਹੀਂ ਹੋਣ ਦਿੱਤੀ ਅਤੇ ਉੱਥੇ ਇੱਕ ਸ਼ਾਨਦਾਰ ਗੇਟ ਦੀ ਉਸਾਰੀ ਕਰਵਾਈ, ਜਿਸ ਦਾ ਅੱਜ ਕੱਲ੍ਹ ਨਾਮ ਦਿੱਲੀ ਦਾ ਮੋਰੀ ਗੇਟ ਕਿਹਾ ਜਾਂਦਾ ਹੈ। ਭਾਵੇਂ ਸਿੱਖ ਫੌਜ ਦੀ ਗਿਣਤੀ 30,000 ਸੀ, ਪਰ ਫਿਰ ਵੀ ਮੁਗਲਾਂ ਨੇ ਛੋਟੀਆਂ ਮੋਟੀਆਂ ਝਪਟਾਂ ਕਰਕੇ ਹੱਥ ਖੜ੍ਹੇ ਕਰ ਦਿੱਤੇ, ਪਰ ਸ਼ਾਹ ਆਲਮ ਨੂੰ ਫੜਿਆ ਨਾ ਜਾ ਸਕਿਆ। ਉਹ ਇੱਕ ਚੋਰ ਰਸਤੇ ਰਾਹੀਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹ ਆਪ ਤਾਂ ਭੱਜ ਗਿਆ, ਪਰ ਉਸ ਦੀਆਂ ਬੇਗਮਾਂ ਅਤੇ ਬੱਚੇ ਅਜੇ ਵੀ ਕਿਲ੍ਹੇ ਵਿੱਚ ਹੀ ਸਨ। ਪਰ ਸਰਦਾਰ ਬਘੇਲ ਸਿੰਘ ਜੀ ਨੇ ਸਿੱਖਾਂ ਨੂੰ ਸਖਤ ਹਦਾਇਤ ਦਿੱਤੀ ਕਿ ਕਿਸੇ ਵੀ ਬੀਬੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ। ਸਿੱਖਾਂ ਦੇ ਆਉਣ ਨਾਲ ਦਿੱਲੀ ਦੀ ਆਮ ਜਨਤਾ ਨੇ ਵੀ ਸੁੱਖ ਦਾ ਸਾਹ ਲਿਆ ਸੀ, ਕਿਉਂਕਿ ਮਰਹੱਟਿਆਂ ਨੇ ਤਾਂ ਆਉਂਦਿਆਂ ਹੀ ਆਪ ਜਨਤਾ ਦੀ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਸ਼ਾਹ ਆਲਮ ਦੇ ਸਮੇਂ ਵੀ ਗੈਰ ਮੁਸਲਿਮ ਲੋਕਾਂ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ। ਪਰ ਸਿੱਖਾਂ ਦੇ ਰਾਜ ਵਿੱਚ ਸਾਰੇ ਹੀ ਸਮਾਨਤਾ ਅਤੇ ਸੁੱਖ ਨਾਲ ਰਹਿ ਸਕਦੇ ਸਨ। ਹੁਣ ਵਾਰੀ ਸੀ ਦਿੱਲੀ ਦਾ ਬਾਦਸ਼ਾਹ ਚੁਣਨ ਦੀ। ਲਾਹੌਰ ਦੀ ਜਿੱਤ ਤੋਂ ਬਾਅਦ ਸਰਦਾਰ ਆਹਲੂਵਾਲੀਆ ਨੂੰ ਸਿੱਖ ਕੌਮ ਨੇ ਸੁਲਤਾਨ ਉਲ ਕੌਮ ਨਾਲ ਨਿਵਾਜਿਆ ਸੀ। ਇਸ ਲਈ ਸਰਦਾਰ ਬਘੇਲ ਸਿੰਘ ਜੀ ਚਾਹੁੰਦੇ ਸਨ ਕਿ ਦਿੱਲੀ ਦਾ ਬਾਦਸ਼ਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਹੀ ਬਣਾਇਆ ਜਾਵੇ। ਪਰ ਇਸ ਗੱਲ 'ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਹਿਮਤ ਨਹੀਂ ਸਨ। ਉਹਨਾਂ ਦਾ ਮੰਨਣਾ ਸੀ ਕਿ ਖਾਲਸੇ ਦੇ ਰਾਜ ਵਿੱਚ ਕੋਈ ਮਨੁੱਖ ਕਿਵੇਂ ਤਖ਼ਤ 'ਤੇ ਬੈਠ ਸਕਦਾ ਹੈ, ਇਹ ਜਗ੍ਹਾ ਤਾਂ ਗੁਰੂ ਸਾਹਿਬ ਦੀ ਹੈ। ਇਸ ਗੱਲ ਵਿੱਚ ਜਦੋਂ ਜੱਸਾ ਸਿੰਘ ਆਹਲੂਵਾਲੀਆ ਨੇ ਵੀ ਹਾਮੀ ਭਰ ਦਿੱਤੀ ਤਾਂ ਸਾਰੇ ਸਹਿਮਤ ਹੋ ਗਏ। ਇਸ ਤੋਂ ਬਾਅਦ ਉਹਨਾਂ ਖਾਲਸੇ ਦਾ ਆਨ ਬਾਨ ਸ਼ਾਨ ਨਿਸ਼ਾਨ ਸਾਹਿਬ ਨੂੰ ਲਾਲ ਕਿਲ੍ਹੇ 'ਤੇ ਝੁਲਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।